लो जी आ चेक करो न्यू हॉलैंड 850 जी बगैर ड्राइवर तो आ चेक करो कटाई करता पाया वा मुकम्मल डिटेल वीडियो आ गई है। पिछे 20 तवे डिस्क हैरो है वीडियो में मुकम्मल डिटेल दी गई है जी किस तरह ये वर्क करता है। GPS सिस्टम पाकिस्तान के मुतारफ हो रहा 2025 ड्राइवर थक जाता है लेकिन ये थकता नहीं। ठीक है जी, इस तो भावें तुसी दिन रात काम लवो, ड्राइवर हो तुसी 8 घंटे तो बाद एक अरसा थक जाना, इन्हू भावें तुसी 24 घंटे चला छड्डो। ਇਹਨੇ ਤੇ ਨਹੀਂ ਅਸੀਂ ਅੱਜ ਤੱਕ ਵੇਖੀ ਨਹੀਂ ਹਜ਼ਾਰ ਵੇਖਿਆ ਵੀ ਟਰੈਕਟਰ ਬਗੈਰ ਡਰਾਈਵਰ ਤੋਂ ਚੱਲ ਸਕਦਾ। अस्सलाम वालेकुम दोस्तों, अपना चैनल PK YouTube चैनल च खुश आमदीद। लो जी दोस्तों, जदीद टैक्नोलॉजी पाकिस्तान ਦੇ ਵਿੱਚ ਆਟੋ ਪਾਇਲਟ ਸਿਸਟਮ ਯਾਨੀ ਕਿ ਬਗੈਰ ਡਰਾਈਵਰ ਤੋਂ ਭਾਜੀ ਟਰੈਕਟਰ ਵਰਕ ਕਰੇਗਾ। ਫੀਲਡ ਦੇ ਵਿੱਚ ਡਰਾਈਵਰ ਨੂੰ ਉੱਤੇ ਬਹਿਣ ਦੀ ਲੋੜ ਕੋਈ ਨਹੀਂ। ਇੱਕ ਦਫਾ ਤੁਸੀਂ ਉਹਨੂੰ ਪ੍ਰੋਗਰਾਮ ਦੇ ਦੇਣਾ, ਉਸ ਤੋਂ ਬਾਅਦ ਭਾਈ ਟਰੈਕਟਰ ਜਾਣੇ ਤੇ ਉਹਦਾ ਸਟੀਅਰਿੰਗ ਜਾਣੇ, ਯਾਨੀ ਕਿ ਆਟੋ ਸਟੀਅਰਿੰਗ ਸਿਸਟਮ ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਮੁਤਾਰਫ ਕਰਵਾ ਰਹੇ ਨੇ ਅਲ ਨਾਇਤ ਐਂਡ ਸੰਸ ਵਾਲੇ। ਇਹਨਾਂ ਜ਼ਬੈਰ ਸਾਹਿਬ ਸਾਡੇ ਨਾਲ ਮੌਜੂਦ ਨੇ, ਸਜਾਦ ਸਾਹਿਬ ਸਾਡੇ ਨਾਲ ਮੌਜੂਦ ਨੇ, ਅਲ ਨਾਇਤ ਐਂਡ ਸੰਸ ਦੇ ਓਨਰ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ, ਮੁਕੰਮਲ ਬਰੀਫੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲੇਜ਼ਰ ਦੇ ਵਿੱਚ ਤੇ ਜਾਣਿਆ ਪਛਾਣਿਆ ਨਾਮ ਆ ਜੀ ਅਲ ਨਾਇਤ ਐਂਡ ਸੰਸ ਦਾ। ਤੇ ਪਿੱਛੇ ਜੀ ਨਿਊ ਹੌਲੈਂਡ 850 ਟਰੈਕਟਰ, ਉਹ ਵੀ 25 ਮਾਡਲ ਹੈ। ਪਿੱਛੇ ਲੇਜ਼ਰ ਜਿਹੜਾ ਸਿਸਟਮ ਹੈ ਯਾਨੀ ਕਿ PTO ਵਾਲਾ ਤੇ ਐਡਜਸਟੇਬਲ, ਉਹ ਵੀ 2025 ਮਾਡਲ ਹੈ। ਤੇ ਇਸ ਤੋਂ ਇਲਾਵਾ ਜਿਹੜੀ ਜਦੀਦ ਟੈਕਨੋਲੋਜੀ ਲਿਆਂਦੀ ਹੈ ਆਟੋ ਪਾਇਲਟ ਸਿਸਟਮ, ਉਹ ਵੀ 2025 ਦੇ ਵਿੱਚ ਸਭ ਤੋਂ ਪਹਿਲਾਂ ਲਾਇਤ ਐਂਡ ਸੰਸ ਵਾਲੇ ਲੈ ਕੇ ਆਏ ਨੇ। ਮੁਕੰਮਲ ਬਰੀਫਿੰਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋਸਤੋ, ਵੀਡੀਓ ਐਂਡ ਤੱਕ ਦੇਖਣੀ ਹੈ, ਲਾਈਕ ਸ਼ੇਅਰ ਕਰਨਾ ਜੀ। ਹਾਂਜੀ ਦੋਸਤੋ, ਜ਼ੁਬੈਰ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ, ਅਲ ਨਾਇਤ ਐਂਡ ਸੰਸ ਦੇ ਓਨਰ ਨੇ। ਇਹਨਾਂ ਨਾਲ ਮਜ਼ੀਦ ਬਰੀਫਿੰਗ ਲੈਣੇ, ਜੋ ਵੀ ਇਹਦੇ ਬਾਰੇ ਡਿਟੇਲ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। अस्सलाम वालेकुम जी। वालेकुम अस्सलाम। ਜ਼ੁਬੈਰ ਸਾਹਿਬ ਕੀ ਹਾਲ ਹੈ? ਠੀਕ ਠਾਕ ਹੋ? ਅੱਲਾਹ ਸ਼ੁਕਰ ਭਾਈ, ਤੁਸੀਂ ਸੁਣਾਓ ਠੀਕ ਹੋ ਜੀ? ਮਾਸ਼ਾਅੱਲਾ, ਤੁਸੀਂ ਨਵੀਂ ਤੋਂ ਨਵੀਂ ਜਦੀਦ ਟੈਕਨੋਲੋਜੀ ਪਾਕਿਸਤਾਨ ਦੇ ਵਿੱਚ ਮੁਤਾਰਫ ਕਰਵਾ ਰਹੇ ਹੋ। ਹਾਂਜੀ, ਤੇ ਆ ਤੁਸੀਂ ਜਦੀਦ ਟੈਕਨੋਲੋਜੀ ਲੈ ਕੇ ਆਓ ਜੀ ਆਟੋ ਪਾਇਲਟ ਸਿਸਟਮ। ਇਹਦੇ ਬਾਰੇ ਸਾਡੇ ਜ਼ਿਮੀਂਦਾਰ ਨੂੰ ਬਰੀਫਿੰਗ ਦੇਣੀ ਹੈ, ਕਿਸ ਤਰ੍ਹਾਂ ਵਰਕ ਕਰਦਾ ਹੈ ਭਾਈ। ਅਸਲੇ ਜਿਹੜਾ ਆਟੋ ਸਟੀਅਰਿੰਗ ਹੈ ਨਾ ਜੀ ਇਹ ਸਟੀਅਰਿੰਗ ਨੂੰ ਕੰਟਰੋਲ ਕਰਦਾ। ਠੀਕ ਹੈ ਜੀ। ਔਰ ਇਹਦੇ ਉੱਤੇ ਜਿਹੜਾ ਹੈ ਮਤਲਬ ਸਾਡੇ ਇਹਦੇ ਜਿਹੜੇ ਫਾਇਦੇ ਜਿਹੜੇ ਨਾ ਹੋਏ ਨੇ ਕਿ ਇਹਦੇ ਨਾਲ ਤੇਲ ਦੀ ਬਚਤ ਹੁੰਦੀ, ਇਹਦੇ ਨਾਲ ਜਿਹੜਾ ਨਾ ਉਹ ਲੇਬਰ ਦੀ ਬਚਤ ਹੁੰਦੀ, ਇਹਦੇ ਨਾਲ ਤੁਸੀਂ ਬੀਜ ਦੀ ਬਚਤ ਕਰ ਸਕਦੇ ਹੋ, ਇਹਦੇ ਨਾਲ ਤੁਸੀਂ ਆਪਣਾ ਜਿਹੜਾ ਨਾ ਆਪਣਾ ਖਾਦ ਦੀ ਬਚਤ ਕਰ ਸਕਦੇ ਹੋ। ਠੀਕ ਹੈ ਨਾ। ਅੱਛਾ, ਇਹਦੇ ਅੰਦਰ ਜਿਹੜਾ ਨਾ ਮਤਲਬ ਆਪਣਾ ਬਿਲਕੁਲ ਐਕੂਰੇਸੀ ਦੇ ਨਾਲ ਜਿਹੜਾ ਕੰਮ ਕਰ ਸਕਦੇ ਹੋ। ਮੈਂ ਕਿਹਾ ਡਰਾਈਵਰ ਥੱਕ ਜਾਂਦਾ ਹੈ ਲੇਕਿਨ ਇਹ ਥਕਦਾ ਨਹੀਂ। ਠੀਕ ਹੈ ਜੀ, ਇਸ ਤੋਂ ਭਾਵੇਂ ਤੁਸੀਂ ਦਿਨ ਰਾਤ ਕੰਮ ਲਵੋ, ਡਰਾਈਵਰ ਹੋ ਤੁਸੀਂ 8 ਘੰਟੇ ਤੋਂ ਬਾਅਦ ਇੱਕ ਅਰਸਾ ਥੱਕ ਜਾਣਾ, ਇਹਨੂੰ ਭਾਵੇਂ ਤੁਸੀਂ 24 ਘੰਟੇ ਚਲਾ ਛੱਡੋ, ਇਹਨੇ ਤੇ ਨਹੀਂ ਮਤਲਬ ਥਕਣਾ ਨਾ। ਇਸ ਕਰਕੇ ਤੇ ਇਹ ਮਤਲਬ ਇਹਦਾ ਜਿਹੜਾ ਮੇਨ ਫਾਇਦਾ ਹੈ ਨਾ ਜੀ, ਇਹਦਾ ਮੇਨ ਫਾਇਦਾ ਉਹ ਹੈਗਾ ਵੱਡੇ ਫਾਰਮ ਦੇ ਉੱਤੇ। ਠੀਕ ਹੈ ਜੀ, ਤੁਹਾਡੇ 10-20 ਏਕੜ ਦਾ ਪਲਾਟ ਹੈ, ਤੁਸੀਂ ਉਹਦੇ ਉੱਤੇ ਇਹਨੂੰ ਮਤਲਬ ਜਾ ਕੇ ਚਲਾ ਦਿਓ। 20 ਏਕੜ ਦੀ ਬਾਉਂਡਰੀ ਪਹਿਲੇ ਮੁਤੱਯਨ ਕਰ ਲਓ ਵੀ ਇਹ ਸਾਡੀ ਬਾਉਂਡਰੀ ਹੈ, ਉਹਦੇ ਅੰਦਰ ਜਿਹੜਾ ਨਾ ਤੁਸੀਂ ਇਹਨੂੰ ਜਾ ਕੇ ਚਲਾ ਦਿਓ। ਠੀਕ ਹੈ, ਇਹ ਤੁਹਾਡਾ ਬਿਹਤਰੀਨ ਚੱਲਦਾ ਰਹੇਗਾ। ਠੀਕ ਹੈ ਜੀ, ਯਾਨੀ ਇਹਦਾ ਮੇਨ ਕੰਮ ਜਿਹੜਾ ਇਹ ਹੈਗਾ ਆਟੋ ਸਟੀਅਰਿੰਗ। ਆਟੋ ਸਟੀਅਰਿੰਗ ਦਾ ਮਤਲਬ ਇਹ ਪ੍ਰੀਸੀਜਨ ਐਗਰੀਕਲਚਰ ਦਾ ਇੱਕ ਟੂਲ ਹੈ। ਔਰ ਇਹਦੇ ਨਾਲ ਜਿਹੜਾ ਨਾ ਸਾਡੀ ਐਗਰੀਕਲਚਰ ਜਿਹੜੀ ਦੇ ਵਿੱਚ ਮਤਲਬ ਤੁਸੀਂ ਜਿਹੜੇ ਯਾਨੀ ਸਮਝ ਲਓ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਸਾਡੇ ਲੂਪ ਨੇ ਜਾਂ ਜਿੱਥੋਂ ਸਾਡੇ ਮਤਲਬ ਜਿਹੜੀ ਵੇਸਟੇਜ ਹੋ ਰਹੀ ਹੈ ਬਿਲਫਰਦ, ਅਸੀਂ ਹੁਣ 1 ਏਕੜ ਦੇ, ਮੈਂ ਇੱਕ ਮਿਸਾਲ ਦੇਣਾ, 1 ਏਕੜ ਦੇ ਵਿੱਚ ਅਸੀਂ ਬਿਲਫਰਦ ਅਸੀਂ 10 ਕਿਲੋ ਮਤਲਬ ਜਿਹੜਾ ਨਾ ਬੀਜ ਕਾਸ਼ਤ ਕਰਦੇ ਹਾਂ। ਠੀਕ ਹੈ ਜੀ, ਅਗਰ ਅਸੀਂ ਇਹਦੇ ਨਾਲ ਕੰਮ ਕਰਨਾ ਤਾਂ ਮੁਮਕਿਨ ਹੈ ਤੁਹਾਡਾ 1 ਕਿਲੋ ਮਤਲਬ ਬੀਜ ਘੱਟ ਜਾਏ, ਜਿਹੜਾ ਇਨਸਾਨੀ ਗਲਤੀ ਦੀ ਵਜ੍ਹਾ ਤੋਂ ਮਤਲਬ ਜ਼ਿਆਦਾ ਮਤਲਬ ਲੱਗ ਰਿਹਾ। ਅਗਰ 1 ਘੰਟੇ ਦੇ ਵਿੱਚ ਮਤਲਬ 1 ਏਕੜ ਨੂੰ ਮਤਲਬ ਉਹਦੀ ਫਲੋਇੰਗ ਕਰਦਾ ਹੈ ਤੇ ਇਹ ਮੁਮਕਿਨ ਹੈ ਇਹ ਜਿਹੜਾ ਹੈ ਮਤਲਬ 45 ਮਿੰਟ ਦੇ ਵਿੱਚ 45 ਮਿੰਟ ਦੇ ਵਿੱਚ ਮਤਲਬ ਇਹ ਸੋਇੰਗ ਕਰਦਾ ਹੈਗਾ। ਅੱਛਾ, ਮਕਸਦ ਇਹ ਨਾ ਅਗਰ 45 ਮਿੰਟ ਦੇ ਵਿੱਚ ਅਗਰ ਇੱਕ ਚੀਜ਼ ਇਹ ਕਲੀਅਰ ਕਰਕੇ ਦੇ ਰਿਹਾ ਔਰ 15 ਮਤਲਬ ਮਿੰਟ ਬਚਾ ਰਿਹਾ, ਅਗਰ ਤੁਸੀਂ 500 ਏਕੜ ਦਾ ਤੁਹਾਡਾ ਫਾਰਮ ਹੈ, ਤੁਸੀਂ 500 ਨਾਲ ਜ਼ਰਬ ਦਿਓ ਤੇ ਕਿੰਨਾ ਮਿੰਟ ਔਰ ਕਿੰਨਾ ਮਤਲਬ ਪੈਟਰੋਲ ਬਚਾ ਸਕਦੇ ਹੋ ਨਾ। ਤੇ ਮਤਲਬ ਇਸ ਕਰਕੇ ਦੁਨੀਆ ਜਦੀਦ ਟੈਕਨੋਲੋਜੀ ਇਸਤੇਮਾਲ ਕਰਦੀ ਤਾਂ ਕਿ ਉਹਨੂੰ ਮਤਲਬ ਫਾਇਦਾ ਹੋਵੇ। ਪਹਿਲੇ ਦੁਨੀਆ ਲੇਜ਼ਰ ਨਹੀਂ ਸੀ ਇਸਤੇਮਾਲ ਕਰਦੀ, ਸਾਦਾ ਕਰਾ ਇਸਤੇਮਾਲ ਕਰਦੀ ਸੀ। ਲੇਜ਼ਰ ਕਿਉਂ ਆਇਆ ਕਿ ਬਈ ਮਤਲਬ ਪਹਿਲੇ ਕਰਾ ਨਾ ਵੀ ਤੇ ਲੈਵਲ ਲੋਕ ਕਰ ਹੀ ਲੈਂਦੇ ਸੀ ਨਾ। ਅੱਛਾ, ਲੇਜ਼ਰ ਲੈਵਲ ਇਸ ਕਰਕੇ ਆਇਆ ਕਿ ਯਾਰ ਉਹ ਜਿਹੜਾ ਲੈਵਲ ਹੈ ਨਾ ਉਹ ਤਸੱਲੀ ਬਖਸ਼ ਨਹੀਂ ਸੀ ਹੁੰਦਾ। ਇਹਦੇ ਨਾਲ ਜਿਹੜਾ ਲੇਜ਼ਰ ਲੈਵਲ ਦੇ ਨਾਲ 0-0 ਲੈਵਲ ਹੋ ਜਾਂਦਾ। ਇਸੇ ਤਰ੍ਹਾਂ ਮਤਲਬ ਪਹਿਲੇ ਆਮ ਡਰਾਈਵਰ ਵੀ ਮਤਲਬ ਇਹਨੂੰ ਚਲਾ ਲੈਂਦੇ ਸੀ, ਲੇਕਿਨ ਫਿਰ ਜਿਹੜਾ ਮਤਲਬ 0-0 ਮਤਲਬ ਇਹ ਕੰਮ ਕਰਨ ਵਾਸਤੇ ਨਾ ਇਹ ਆਟੋ ਸਟੀਅਰਿੰਗ ਹੈ। ਗੱਲ ਸਮਝੋ, ਮਤਲਬ ਸਾਡੇ ਅਮੂਮਨ ਲੋਕ ਸਮਝਦੇ ਨੇ ਸ਼ਾਇਦ ਮਤਲਬ ਇੱਕ ਵਾਰੀ ਮਤਲਬ ਬਹਿ ਗਿਆ ਤੇ ਯਾਨੀ ਇਹ ਚੀਜ਼ਾਂ ਮਤਲਬ ਐਸੀਆਂ ਨੇ ਕਿ ਜਿਹੜੀ ਦੁਨੀਆ ਜਦੀਦ ਟੈਕਨੋਲੋਜੀ ਇਸਤੇਮਾਲ ਕਰੀ, ਸਾਡੇ ਪਾਕਿਸਤਾਨੀ ਫਾਰਮਰ ਨੂੰ ਵੀ ਜਿਹੜੀ ਨਾ ਉਹ ਟੈਕਨੋਲੋਜੀ ਇਸਤੇਮਾਲ ਕਰਨੀ ਚਾਹੀਦੀ। ਔਰ ਸਾਡਾ ਸ਼ੁਰੂ ਤੋਂ ਹੀ ਮਤਲਬ ਕੋਸ਼ਿਸ਼ ਇਹ ਆ ਕਿ ਪਾਕਿਸਤਾਨ ਦੇ ਵਿੱਚ ਜਦੀਦ ਜਿਹੜੀ ਟੈਕਨੋਲੋਜੀ ਨਾ ਉਹਦਾ ਰਿਵਾਜ ਪਾਇਆ ਜਾਵੇ। ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਦੇ ਪਏ, ਇਨਸ਼ਾਅੱਲਾ ਅੱਲਾਹ ਕਰੇਗਾ ਇੱਕ ਦਿਨ ਆਏਗਾ ਕਿ ਅਸੀਂ ਜਿਹੜਾ ਨਾ ਦੁਨੀਆ ਨੂੰ ਐਪਰੀਸ਼ੀਏਟ ਕਰਦੇ। ਨਵੇਂ ਜਦੀਦ ਟੈਕਨੋਲੋਜੀ ਤੁਸੀਂ ਲੈ ਕੇ ਆਉਂਦੇ ਹੋ, PTO ਵਾਲਾ ਤੁਸੀਂ ਲੇਜ਼ਰ ਵੀ ਮੁਤਾਰਫ ਕਰਵਾਇਆ। ਇਸ ਤੋਂ ਪਿਛਲੇ ਸਾਲ ਵੀ ਤੁਸੀਂ ਆਟੋ ਸਟੀਅਰਿੰਗ ਲਿਆਂਦਾ ਸੀ, ਉਹ ਸਿਰਫ ਸਟ੍ਰੇਟ ਚੱਲਦਾ ਸੀ ਜੀ, ਉਹ ਬਿਲਕੁਲ ਸਿੱਧਾ ਚੱਲਦਾ, ਕਟਾਈ ਵੀ ਕਰਦਾ ਬਿਲਕੁਲ ਜੀ। ਉਹ ਆਟੋ ਟਰਨ ਨਹੀਂ ਸੀ ਲੈਂਦਾ, ਉਹ ਬਿਲਕੁਲ A ਤੋਂ Z ਤੱਕ ਮਤਲਬ A ਤੋਂ B ਯਾਨੀ ਇੱਥੋਂ ਤੁਸੀਂ ਸ਼ੁਰੂ ਕੀਤਾ ਤੇ ਅਗਲੇ ਪੁਆਇੰਟ ਤੱਕ ਸਿੱਧਾ ਹੋਣੇ ਜਾਣਾ ਹੈ, ਉਹਨੇ ਟਰਨ ਨਹੀਂ ਸੀ ਲੈਣਾ। ਮਤਲਬ ਇਹ ਵਾਲਾ ਜਿਹੜਾ ਸਿਸਟਮ ਹੈ ਨਾ ਆਟੋ ਟਰਨ ਵੀ ਲੈਂਦਾ ਹੈ, ਇਸ ਕਰਕੇ ਇਹ ਜ਼ਿਆਦਾ ਯੂਜ਼ਫੁਲ ਹੈ ਬਨਿਸਬਤ ਪਿਛਲੇ ਉੱਤੇ ਨਾ। ਦੇਖੋ ਇਹ ਪਿਛਲੇ ਤੁਸੀਂ ਵੇਖ ਸਕਦੇ ਸਾਡੇ ਅਕਬ ਦੇ ਪਿੱਛੇ ਦੀਵਾਰ ਹੈ,
ਤੇ ਮੈਂ ਖੁਦ ਉੱਤੇ ਬੈਠਾ ਪਿੱਛੇ ਬਕਾਇਆ ਤੋਂ ਟੈਸਟ ਕੀਤਾ ਇਹਨੂੰ ਤੇ ਦੀਵਾਰ ਤੇ ਜਦੋਂ ਲਾਗੇ ਆਈ ਜਾਂਦਾ ਬੰਦਾ ਡਰਦਾ ਪਤਾ ਨਹੀਂ ਵਿੱਚ ਨਾ ਵੱਜ ਜੇ, ਲੇਕਿਨ ਇਹਨੇ ਪਰਫੈਕਟ 100% ਇਹਨੇ ਮਤਲਬ ਐਕੂਰੇਸੀ ਨਾਲ ਵਰਕ ਕੀਤਾ ਤੇ ਮੇਰਾ ਖਿਆਲ ਹੈ ਜੀ ਜਦੀਦ ਟੈਕਨੋਲੋਜੀ ਹੈ। 1 ਸੈਂਟੀਮੀਟਰ ਨਾਲ ਕੰਮ ਕਰਦਾ ਕਿਉਂਕਿ GPS ਗਾਈਡਡ ਹੈ, ਮਤਲਬ ਇਨਸਾਨ ਗਲਤੀ ਕਰ ਸਕਦੀ ਹੈ, ਮਸ਼ੀਨ ਗਲਤੀ ਨਹੀਂ ਕਰਦੀ। ਬਿਲਕੁਲ ਠੀਕ ਹੈ ਜੀ। ਮਕਸਦ ਹੈ ਕਿ ਮਸ਼ੀਨ ਮਤਲਬ ਨੂੰ ਇਸਤੇਮਾਲ ਕਰਨ ਦਾ ਮਕਸਦ ਹੈ ਕਿ ਸਾਡੀ ਚੀਜ਼ ਪਰਫੈਕਟ ਹੋ ਜਾਵੇ, ਐਗਜ਼ੈਕਟ ਹੋ ਜਾਵੇ। ਜੀ ਠੀਕ ਹੈ ਨਾ, ਤੇ ਮਤਲਬ ਇਹ ਦੀ ਸੂਰਤ ਹਾਲ ਹੈ ਜੀ। ਅੱਛਾ ਜ਼ੁਬੈਰ ਸਾਹਿਬ, ਇਹ ਸਾਨੂੰ ਦੱਸਣਾ ਹੈ ਜਿਹੜੇ ਗੇਅਰ ਵਿੱਚ ਤੁਸੀਂ ਇੱਕ ਦਫਾ ਇਹਨੂੰ ਪ੍ਰੋਗਰਾਮ ਜਾਂ ਲਾ ਦਿੱਤਾ ਹੈ, ਉਹ ਗੇਅਰ 'ਚ ਵਰਕ ਕਰੇਗਾ ਇਹ? ਅਸਲ ਵੇਖੋ ਮੇਰੀ ਮਤਲਬ ਹਰ ਚੀਜ਼ ਦੀ ਆਪਣੀ ਇੱਕ ਜ਼ਰੂਰਤ ਹੈ, ਜਿਹੜੀ ਇੰਪਲੀਮੈਂਟ ਦੀ ਜਿੰਨੀ ਜ਼ਰੂਰਤ ਹੈ ਉਹਦੇ ਮੁਤਾਬਕ ਮਤਲਬ ਜਿਹੜਾ ਨਾ ਇਹਨੂੰ ਤੁਸੀਂ ਚਲਾ ਸਕਦੇ ਹੋ। ਗੇਅਰ ਤੋਂ ਇੱਕ ਸੈੱਟ ਕਰ ਨਹੀਂ ਕੋਈ ਉਹਦੇ ਚ ਮਤਲਬ ਤੁਸੀਂ ਪਹਿਲੇ ਚ ਚਲਾ ਕੇ ਲਾ ਦਿਓ, ਦੂਸਰੇ ਚ ਚਲਾ ਕੇ ਲਾ ਦਿਓ, ਮਤਲਬ ਕਈ ਪਹਿਲੇ ਲੋ ਚੱਲਦੇ, ਦੂਸਰੇ ਚੱਲਦੇ, ਤੀਸਰੇ ਚੱਲਦੇ, ਜਿੱਥੇ ਚੱਲਦੇ ਉਹਨੇ ਚਲਾ ਦਿਓ। ਇਹਨੇ ਬੇਸਿਕਲੀ ਇਹਨੇ ਸਟੀਅਰਿੰਗ ਨੂੰ ਕੰਟਰੋਲ ਕਰਨਾ ਹੈ, ਗੇਅਰ ਨੂੰ ਤੁਸੀਂ ਆਪ ਕੰਟਰੋਲ ਕਰਨਾ ਹੈ, ਗੇਅਰ ਨੂੰ ਰੇਸ ਨੂੰ ਤੁਸੀਂ ਕੰਟਰੋਲ ਕਰਨਾ ਹੈ। ਅੱਛਾ ਲੋਕ ਇਹ ਵੀ ਸੋਚਦੇ ਨੇ ਕਿ ਅਗਰ ਗੇਅਰ ਤੇ ਰੇਸ ਆਪ ਲਾਉਣਾ ਹੈ ਤੇ ਫਿਰ ਬੰਦਾ ਹੀ ਉੱਤੇ ਬਹਿ ਜਾ। ਭਾਈ ਜੀ ਅਸਲ ਗੇਅਰ ਰੇਸ ਤੇ ਬੰਦੇ ਨੇ ਲਾਉਣਾ, ਲੇਕਿਨ ਮੇਰੇ ਕਹਿਣ ਦਾ ਮਕਸਦ ਹੈ ਕਿ ਜਿਹੜਾ ਬੰਦੇ ਦਾ ਕੰਮ ਫਿਰ ਐਗਜ਼ੈਕਟ ਨਹੀਂ ਹੁੰਦਾ, ਇਹਦਾ ਕੰਮ ਐਗਜ਼ੈਕਟ ਹੈ, ਯਾਨੀ ਬਿਲਕੁਲ ਪ੍ਰੀਸਾਈਜ਼ ਕਰਨ ਵਾਸਤੇ ਕੰਮ ਮਤਲਬ ਇਹ ਯੂਜ਼ ਹੁੰਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਤਕਰੀਬਨ 25 ਤੋਂ 20 ਏਕੜ ਦਾ ਵੱਡਾ ਪਲਾਟ ਹੈ, ਉਹਦੇ ਵਿੱਚ ਜ਼ਿਮੀਂਦਾਰ ਥੱਕ ਜਾਂਦਾ, ਜਿਹੜੀ ਲੰਮੀ ਲਈ ਹੁੰਦੀ ਹੈ, ਉਹਦੇ ਵਾਸਤੇ ਭਾਈ ਯਾਰ ਪਰਫੈਕਟ ਹੈ, 100% ਪਰਫੈਕਟ ਹੈ ਬਿਲਕੁਲ। ਔਰ ਇਹ ਹੈ ਹੀ ਵੱਡੇ ਫਾਰਮ ਦਾ ਟੂਲ ਹੈ, ਛੋਟੇ ਫਾਰਮ ਵਾਸਤੇ ਜ਼ਰੂਰਤ ਹੀ ਨਹੀਂ ਹੈਗੀ ਇਹਦੀ, ਕਿਉਂਕਿ 2 ਕਿੱਲਿਆਂ ਦਾ ਬੰਦਾ ਆਪ ਮਤਲਬ ਇਸਤੇਮਾਲ ਕਰ ਲੈਂਦਾ, 2 ਕਿੱਲੇ ਦੇ ਬੰਦਾ ਆਪ ਵਾ ਲੈਂਦਾ, 3 ਕਿੱਲੇ ਆਪ ਵਾ ਲੈਂਦਾ। ਜਿੱਥੇ 500 ਕਿੱਲੇ ਮਤਲਬ ਏਕੜ ਮਤਲਬ ਪਲਾਟ ਹੈ, ਜਾਂ ਜਿੱਥੇ 1000 ਏਕੜ 2000 3000 ਏਕੜ, ਉੱਥੇ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਨਾ। ਬਿਲਕੁਲ ਜੀ। ਤੇ ਜ਼ੁਬੈਰ ਸਾਹਿਬ ਤੁਸੀਂ ਆ ਪਿੱਛੇ ਡਿਸਕ ਹੈਰੋ ਪਾਈ ਹੈ 20 ਤਵੇ ਵਾਲੀ ਹਲ ਪਾਈ ਹੈ, ਇਹ ਵੀ ਆਪ ਹੀ ਤਿਆਰ ਕਰਦੇ ਤੁਸੀਂ? ਜੀ ਅਸੀਂ ਆਪ ਹੀ ਡਿਸਕ ਹੈਰੋ ਤਿਆਰ ਕਰੀ ਦੀ ਹੈ। ਅੱਛਾ, ਤੇ ਨਿਊ ਹਾਲੈਂਡ 850 ਦੇ ਨਾਲ ਇਹ ਕਿਹੜੇ ਟਰੈਕਟਰ ਨਾਲੇ ਲੱਗ ਸਕਦਾ ਭਾਈ? ਜਿਹਦਾ ਪਾਵਰ ਸਟੀਅਰਿੰਗ ਉਹਦੇ ਨਾਲ ਲੱਗ ਸਕਦਾ ਹੈ, ਪਾਵਰ ਸਟੀਅਰਿੰਗ ਨਾਲ, ਜਿਹਦਾ ਪਾਵਰ ਸਟੀਅਰਿੰਗ ਹੈ ਨਾ ਉਹਦੇ ਨਾਲ ਲੱਗ ਸਕਦਾ। ਇਹ ਕਿਵੇਂ ਵਰਕ ਕਰਦਾ, ਇਹਦੇ ਕੀ ਹਿਸਾਬ ਆ ਬੇਸ ਇਹਦਾ? ਅਸਲ ਇਹਦੇ ਨਾਲ ਇੱਕ ਬੇਸ ਸਟੇਸ਼ਨ ਲੱਗ ਜਾਂਦਾ ਹੈ, ਦੂਸਰਾ ਇਹਦੇ ਨਾਲ ਸੈਂਸਰ ਲੱਗ ਜਾਂਦੇ ਨੇ, ਫਿਰ ਇਹਦੇ ਉੱਤੇ GPS ਲੱਗੇ ਹੁੰਦੇ ਨੇ, ਫਿਰ ਇੱਕ ਇਹਦਾ ਸਟੀਅਰਿੰਗ ਲੱਗਿਆ ਹੁੰਦਾ, ਉਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਮਤਲਬ ਜਿਹੜਾ ਨਾ ਕਨੈਕਟਡ ਹੁੰਦੀਆਂ ਨੇ, ਉਹ ਫਿਰ ਉਸ ਤਰੀਕੇ ਨਾਲ ਵਰਕ ਕਰਦਾ। ਅੱਛਾ, ਤੇ ਇਹ ਪ੍ਰਾਈਸ ਕਿੰਨੀ ਹੈ ਅਗਰ ਕੋਈ ਜ਼ਿਮੀਂਦਾਰ ਖਰੀਦਣਾ ਚਾਹੇ ਪਾਕਿਸਤਾਨ ਦੇ ਵਿੱਚ ਇਹਨੂੰ? ਪ੍ਰਾਈਸ ਜਿਹੜੀ ਹੈ ਨਾ ਉਹ ਮਤਲਬ ਅਸੀਂ ਫਿਲਹਾਲ ਤੇ ਮਤਲਬ ਅਸੀਂ ਇੱਕ ਤਾਰਫੀ ਮਤਲਬ ਪ੍ਰਾਈਸ ਕਹਿ ਰਹੇ, ਸਾਡਾ ਜਿਹੜਾ ਮਤਲਬ ਐਸਟੀਮੇਟ ਹੈ ਉਹ ਅਸੀਂ 15 ਲੱਖ ਰੁਪਏ ਕਹਿ ਰਹੇ ਹਾਂ। ਬਾਕੀ ਅਗਰ ਕੋਈ ਦਿਲਚਸਪੀ ਸ਼ੋ ਕਰੇਗਾ ਇਨਸ਼ਾਅੱਲਾ ਉਹਦੇ ਨਾਲ ਕਰ ਲਵਾਂਗੇ ਜੀ। ਅੱਛਾ ਜ਼ੁਬੈਰ ਸਾਹਿਬ, ਕਿਹੜੇ ਮੁਲਕ ਤੋਂ ਤੁਸੀਂ ਇੰਪੋਰਟ ਕਰਵਾ ਰਹੇ ਹੋ? ਇਹ ਚਾਈਨਾ ਦਾ ਹੈ, ਚਾਈਨਾ ਦਾ, ਲੇਕਿਨ ਚਾਈਨਾ ਦੀ ਬ੍ਰਾਂਡਡ ਪ੍ਰੋਡਕਟ ਹੈ, FJD ਕੰਪਨੀ ਦੀ ਨਾ। ਅੱਛਾ, ਤੇ ਇਹਦੀ ਕੋਈ ਗਾਰੰਟੀ ਵਗੈਰਾ ਵੀ ਹੁੰਦੀ ਹੈ? ਜੀ ਗਾਰੰਟੀ ਹੁੰਦੀ ਹੈ, 1 ਸਾਲ ਦੀ ਮੁਕੰਮਲ ਅਸੀਂ ਵਾਰੰਟੀ ਦਿੰਦੇ ਆ, ਟ੍ਰੇਨਿੰਗ ਦਿੰਦੇ ਆ, ਸਰਵਿਸ ਦਿੰਦੇ ਆ। ਜ਼ੁਬੈਰ ਸਾਹਿਬ ਮਜ਼ੀਦ ਤੁਸੀਂ ਆਪਣਾ ਰਾਬਤਾ ਨੰਬਰ ਐਡਰੈਸ ਸ਼ੇਅਰ ਕਰਨਾ, ਕਿਉਂਕਿ ਜ਼ਿਮੀਂਦਾਰ ਇਹ ਖਰੀਦਣਾ ਚਾਹੇ ਹਾਜ਼ਰ ਮੌਕੇ ਤੁਹਾਡੇ ਕੋਲ ਮੌਜੂਦ ਹੈ ਫਿਲਹਾਲ? ਜੀ ਇਹ ਮਿਲ ਜਾਏਗਾ ਭਾਈ, ਜਿਹੜਾ ਜ਼ਿਮੀਂਦਾਰ ਖਰੀਦਣਾ ਚਾਹੇ ਸਾਡੇ ਕੋਲ ਮਿਲ ਜਾਏਗਾ। ਜੀ ਜ਼ੁਬੈਰ ਸਾਹਿਬ ਆਪਣਾ ਰਾਬਤਾ ਨੰਬਰ ਤੇ ਐਡਰੈਸ ਸ਼ੇਅਰ ਕਰੋ ਆਪਣੇ ਸ਼ੋਰੂਮ। ਸਾਡਾ ਐਡਰੈਸ ਹੈ 8 ਕਿਲੋਮੀਟਰ ਸ਼ੇਖੂਪੁਰਾ ਰੋਡ, ਬਿਲ ਮੁਕਾਬਲ ਮਿਲਰ ਟਰੈਕਟਰ ਫਜ਼ਲਿਆ ਗਾਰਡਨ ਲਾਹੌਰ ਹੈ ਜੀ। ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਲੇਜ਼ਰ ਲੈਵਲਰ ਵੀ ਹੁੰਦਾ, ਪਾਕਿਸਤਾਨ ਦੀ ਸਭ ਤੋਂ ਜ਼ਿਆਦਾ ਲੇਜ਼ਰ ਲੈਵਲਰ ਦੀ ਰੇਂਜ ਹੈ, ਉਹ ਵੀ ਤੁਹਾਨੂੰ ਅਸੀਂ ਆਟੋ ਸਟੀਅਰਿੰਗ ਪਿੱਛੇ ਪਾ ਕੇ ਚਲਾ ਕੇ ਵਿਖਾਉਂਦੇ ਆ, ਮਤਲਬ ਜਿਹੜਾ ਨਾ ਲੇਜ਼ਰ ਲੈਵਲਰ ਵੀ ਚੱਲਦਾ ਹੈ। ਦੂਸਰਾ ਇਹ ਹੈ ਕਿ ਪਾਕਿਸਤਾਨ ਦੀ ਸਭ ਤੋਂ ਜ਼ਿਆਦਾ ਮਤਲਬ ਜ਼ਿਆਦਾ ਮਾਡਲ ਸਾਡੇ ਕੋਲ ਮਤਲਬ 240 ਟਰੈਕਟਰ ਤੋਂ ਲੈ ਕੇ 385 ਟਰੈਕਟਰ ਤੱਕ ਮਤਲਬ ਹਰ ਮਾਡਲ ਵਾਸਤੇ ਸਾਡੇ ਕੋਲ ਲੇਜ਼ਰ ਹੈ ਨਾ। ਫਿਰ ਉਸ ਤੋਂ ਬਾਅਦ ਖੁੱਲਣ ਮਿਲਣ ਵਾਲਾ ਵੀ ਮਤਲਬ ਲੇਜ਼ਰ ਜਿਹਨੂੰ ਅਸੀਂ ਐਡਜਸਟੇਬਲ ਕਹੀਦਾ। ਫਿਰ ਅਸੀਂ ਇੱਕ PTO ਆਪਰੇਟਰ ਬਣਾਇਆ ਜਿਹੜਾ ਪਾਕਿਸਤਾਨ ਚ ਹਲੇ ਤੱਕ ਕਿਸੇ ਨੇ ਨਹੀਂ ਬਣਾਇਆ ਨਾ। ਅੱਛਾ ਜ਼ੁਬੈਰ ਸਾਹਿਬ, ਆਪਣਾ ਜ਼ਿਆਦਾ ਹਾਰਡ ਪ੍ਰੋਡਕਟ ਕਿਹੜੀ ਜ਼ਿਆਦਾ ਜਿਹੜੀ ਸੇਲ ਹੋ ਰਹੀ, PTO ਵਾਲਾ ਹੋ ਰਿਹਾ, ਐਡਜਸਟੇਬਲ ਹੋ ਰਿਹਾ, ਜਾਂ ਸਾਦਾ ਆਪਣਾ ਜ਼ਿਆਦਾ ਸੇਲ? ਨਹੀਂ ਅਸਲ ਹਾਲੇ ਤੱਕ ਤੇ ਲੋਕ ਸਹੀ ਇਮਾਨਦਾਰੀ ਵਾਲੀ ਗੱਲ ਹੈ ਕਿ ਸਾਦੇ ਵਾਲੇ ਲੋਕ ਮਤਲਬ ਜ਼ਿਆਦਾ ਰੁਝਾਨ ਰੱਖਦੇ ਨੇ। ਠੀਕ ਹੈ ਜੀ। ਫਿਰ PTO ਦੀ ਅਸੀਂ ਅਵੇਅਰਨੈਸ ਫੈਲਾ ਰਹੇ ਹਾਂ, ਇਨਸ਼ਾਅੱਲਾ ਜਿਵੇਂ ਲੋਕ ਯੂਜ਼ ਕਰਨਗੇ, ਇੱਕ ਦੂਸਰੇ ਨੂੰ ਵੇਖਣਗੇ, ਫਿਰ ਇਨਸ਼ਾਅੱਲਾ ਉਹਦੇ ਹੱਲ ਆਉਣਗੇ। ਲੇਕਿਨ ਲੋਕ ਹਾਲੇ ਤੱਕ ਕਿਉਂਕਿ ਡਰਦੇ ਨੇ ਇਹਨਾਂ ਚੀਜ਼ਾਂ ਤੋਂ, ਤੇ ਉਹ ਆਂਦੇ ਨੇ ਯਾਰ ਜਿਹੜਾ ਰੈਗੂਲਰ ਮਤਲਬ ਸਾਡਾ ਜਿਹੜਾ ਮਤਲਬ ਜਦੀਦ ਮਤਲਬ ਡਿਜ਼ਾਈਨ ਜਦੀਦ ਹੋਵੇ ਲੇਕਿਨ ਹੋਵੇ ਫਿਕਸ, ਲੋਕ ਉਹ ਜ਼ਿਆਦਾ ਯੂਜ਼ ਕਰਦੇ ਨੇ। ਲੋਕ ਬਾਕੀ ਜੱਕਾਂ ਤੋਂ ਲੋਕ ਪਰੇਸ਼ਾਨ ਹੁੰਦੇ ਨੇ, ਲੇਕਿਨ ਹੁਣ ਮਤਲਬ ਉਹ ਮਸਲਾ ਨਹੀਂ ਹੈ, ਕਿਉਂਕਿ ਜੈਕ ਵੀ ਪਾਕਿਸਤਾਨ 'ਚ ਬਹੁਤ ਅੱਛੀ ਕੁਆਲਿਟੀ ਦੇ ਬਣਦੇ ਨੇ, ਪਾਏ ਵੀ ਬਹੁਤ ਅੱਛੇ ਹੁੰਦੇ ਨੇ। ਹੁਣ ਮਤਲਬ ਇੱਲਾ ਮਾਸ਼ਾਅੱਲਾ ਹੀ ਹੈ, ਕਦੀ ਕੋਈ ਜੈਕ ਖਰਾਬ ਹੋਇਆ ਹੋਵੇ ਜਾਂ ਲੂਜ਼ ਹੋਇਆ ਹੋਵੇ ਨਾ। ਪਹਿਲੇ ਲੋਕ ਹੁੰਦੇ ਸੀ ਇੱਕ ਪੁਰਾਣੀ ਮਤਲਬ ਅਸੈਸਰੀ ਯੂਜ਼ ਕਰਦੇ ਸੀ, ਪੁਰਾਣੇ ਮਤਲਬ ਜੈਕ ਯੂਜ਼ ਕਰਦੇ ਸੀ, ਉਹਦੇ ਵਿੱਚ ਜੈਕਾਂ 'ਚ ਪ੍ਰੋਬਲਮ ਹੁੰਦੀ ਸੀ। ਲੇਕਿਨ ਹੁਣ ਅਲਹਮਦੁਲਿਲਾ ਇਸ ਤਰ੍ਹਾਂ ਦੀ ਕੋਈ ਸਟੋਰੀ ਨਹੀਂ ਨਾ ਹੈਗੀ, ਹੁਣ ਇਹ ਕਿ ਬਿਲਕੁਲ ਬਿਹਤਰੀਨ ਚੱਲਦੇ ਨੇ ਜੈਕ, ਜੈਕਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈਗੀ। ਬਾਕੀ ਇਹ ਹੈ ਕਿ ਇਨਸ਼ਾਅੱਲਾ ਤਾਲਾ ਪੂਰੀ ਦੁਨੀਆ ਜਿਵੇਂ ਮਤਲਬ ਜਦੀਦ ਟੂਲ ਇਸਤੇਮਾਲ ਕਰਦੀ, ਪਾਕਿਸਤਾਨੀ ਫਾਰਮਰ ਨੂੰ ਵੀ ਚਾਹੀਦਾ ਕਿ ਜਦੀਦ ਟੂਲ ਇਸਤੇਮਾਲ ਕਰਨ ਨਾ। ਬਿਲਕੁਲ। ਤੇ ਉਹਦੇ ਵਾਸਤੇ ਮਤਲਬ ਜਿਹੜਾ ਨਾ ਆਪਣੇ ਮਤਲਬ ਉਹਦੇ ਨਾਲ ਕਾਸਟ ਐਫੀਸ਼ੀਐਂਸੀ ਵੀ ਮਤਲਬ ਮਤਲਬ ਹੁੰਦੀ ਨਾ। ਤੇ ਇਹ ਇਹਨਾਂ ਸਾਰੀਆਂ ਚੀਜ਼ਾਂ ਦੇਖੋ ਜੀ, ਅਗਰ ਫਰਮਾ ਵਾਲਿਆਂ ਦੇ ਵਿਜ਼ਨ ਹੈਗਾ ਵੀ ਜਦੀਦ ਟੈਕਨੋਲੋਜੀ ਲੈ ਕੇ ਆਉਣੀ, ਤੇ ਅਸੀਂ ਖੁਦ ਤੁਹਾਨੂੰ ਐਪਰੀਸ਼ੀਏਟ ਕਰਦੇ, ਤੁਸੀਂ ਨਵੀਂ ਤੋਂ ਨਵੀਂ ਟੈਕਨੋਲੋਜੀ ਲੈ ਕੇ ਆਉਂਦੇ ਹੋ। ਬਾਕੀ ਇਨਸ਼ਾਅੱਲਾ ਦੋਸਤੋ ਤੁਹਾਨੂੰ ਮਜ਼ੀਦ ਹੁਣ ਦਿਖਾਉਂਦੇ ਆ ਜੀ, ਲੇਜ਼ਰ ਲੈਵਲ ਦੇ ਉੱਤੇ ਨਾਲ ਆਟੋ ਪਾਇਲਟ ਸਿਸਟਮ ਚਲਾ ਕੇ ਉਹਦਾ ਵੀ ਤੁਹਾਨੂੰ ਮੁਕੰਮਲ ਡਿਟੇਲ ਵੀਡੀਓ ਦਿੰਦੇ ਆ ਜੀ।